ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਆਪਾਂ ਸਟੱਡੀ ਕਰਾਂਗੇ ਕਿ ਤੁਲਨਾਤਮਕ ਰਾਜਨੀਤੀ ਕੀ ਹੁੰਦੀ ਹੈ, ਤੁਲਨਾਤਮਕ ਰਾਜਨੀਤੀ ਦਾ ਕੀ ਅਰਥ ਹੈ। ਕਿਉਂਕਿ ਇਸ ਦੇ ਅਰਥ ਉੱਪਰੋਂ ਵੇਖਣ ਨੂੰ ਸਾਨੂੰ ਲੱਗਦੇ ਹਨ ਕਿ ਬੜੇ ਕਾਮਨ ਜਿਹੇ ਹਨ, ਦੋ ਰਾਜਾਂ ਦੀ ਰਾਜਨੀਤੀ ਦੀ ਤੁਲਨਾ ਕਰਨੀ। ਪਰ ਜਦੋਂ ਅਸੀਂ ਇਸ ਨੂੰ ਇੱਕ ਕੁਐਸਚਨ ਦੇ ਤੌਰ 'ਤੇ ਅਟੈਂਪਟ ਕਰਨਾ ਹੈ ਜਾਂ ਇਸ ਨੂੰ ਅਸੀਂ ਟੈਕਨੀਕਲ ਤੌਰ 'ਤੇ ਪੜ੍ਹਦੇ ਹਾਂ ਤਾਂ ਇਹਨਾਂ ਅਰਥਾਂ ਦੇ ਵਿੱਚ ਥੋੜ੍ਹਾ ਜਿਹਾ ਸਾਨੂੰ ਡਿਫਰੈਂਸ ਦਿਖਾਈ ਦਿੰਦਾ ਹੈ। ਸਾਨੂੰ ਉਹੀ ਵਿਸ਼ੇਸ਼ ਅਰਥ ਇੱਥੇ ਇਸ ਵਿਸ਼ੇ ਦੇ ਵਿੱਚ ਪੜ੍ਹਨੇ ਪੈਂਦੇ ਹਨ, ਜਿਹੜੇ ਅਰਥ ਇਸ ਨੂੰ ਸਾਡੇ ਸਿਧਾਂਤਕਾਰਾਂ ਦੁਆਰਾ ਪ੍ਰੋਵਾਈਡ ਕੀਤੇ ਗਏ ਹਨ। ਤੁਲਨਾਤਮਕ ਰਾਜਨੀਤੀ ਦਾ ਅਧਿਐਨ ਕਰਨ ਤੋਂ ਪਹਿਲਾਂ ਸਾਨੂੰ ਇਸ ਦਾ ਕੰਪੈਰੀਜ਼ਨ ਕਰਨਾ ਪਵੇਗਾ ਤੁਲਨਾਤਮਕ ਸਰਕਾਰ ਦੇ ਨਾਲ। ਤੁਲਨਾਤਮਕ ਸਰਕਾਰ ਜਿਹੜੀ ਹੈ ਇਹ ਬੜਾ ਪੁਰਾਣਾ ਵਿਸ਼ਾ ਹੈ। ਜਿਹੜੇ ਫਾਦਰ ਆਫ ਪੋਲੀਟੀਕਲ ਸਾਇੰਸ ਅਰਸਤੂ ਹੋਏ ਨੇ, ਉਹਨਾਂ ਨੂੰ ਇਸ ਦਾ ਜਨਮਦਾਤਾ ਮੰਨਿਆ ਜਾਂਦਾ ਹੈ। ਅਰਸਤੂ ਦਾ ਜੀਵਨ ਕਾਲ 384 BC ਤੋਂ ਲੈ ਕੇ 322 BC ਤੱਕ ਰਿਹਾ ਹੈ। ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਤੁਲਨਾਤਮਕ ਸਰਕਾਰ ਦਾ ਵਿਸ਼ਾ ਹੈ ਜਿਹੜਾ ਇਹ ਕਿੰਨਾ ਪੁਰਾਣਾ ਹੈ, ਕਿਉਂਕਿ ਆਰੰਭ ਤੋਂ ਹੀ ਮਨੁੱਖ ਦਾ ਰਾਜਨੀਤੀ ਦੇ ਵਿੱਚ ਸਰਕਾਰਾਂ ਦੀਆਂ ਕਿਸਮਾਂ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਰਿਹਾ ਹੈ। ਇਸ ਲਈ ਤੁਲਨਾਤਮਕ ਸਰਕਾਰ ਦਾ ਵਿਸ਼ਾ ਘੱਟੋ ਘੱਟ 2350 ਸਾਲ ਪੁਰਾਣਾ ਤਾਂ ਹੈ ਹੀ। ਦੂਜੇ ਪਾਸੇ ਤੁਲਨਾਤਮਕ ਰਾਜਨੀਤੀ ਦਾ ਵਿਸ਼ਾ ਇਹ ਲਗਭਗ 115 ਸਾਲ ਪਹਿਲਾਂ ਸ਼ੁਰੂ ਹੋਇਆ, ਹੋਂਦ ਵਿੱਚ ਆਇਆ। ਤੁਲਨਾਤਮਕ ਸਰਕਾਰ ਤੇ ਰਾਜਨੀਤੀ ਨੂੰ ਹੁਣ ਅਸੀਂ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਕੰਪੈਰੀਜ਼ਨ ਕਰਦੇ ਹਾਂ। ਤੁਲਨਾਤਮਕ ਸਰਕਾਰ ਦੇ ਵਿੱਚ ਵੱਖੋ ਵੱਖਰੀਆਂ ਸਰਕਾਰਾਂ ਦੀ ਤੁਲਨਾ ਕੀਤੀ ਜਾਂਦੀ ਹੈ ਕਿ ਕਿਸ ਰਾਜ ਦੇ ਵਿੱਚ ਕਿਸ ਤਰ੍ਹਾਂ ਦੀ ਸਰਕਾਰ ਹੈ। ਕਿਸੇ ਰਾਜ ਦੇ ਵਿੱਚ ਰਾਜਤੰਤਰ ਹੋ ਸਕਦਾ ਹੈ, ਕੁਲੀਨ ਤੰਤਰ ਹੋ ਸਕਦਾ ਹੈ, ਭਾਵ ਅਮੀਰਾਂ ਦਾ ਰਾਜ ਹੋ ਸਕਦਾ ਹੈ, ਲੋਕਤੰਤਰ ਹੋ ਸਕਦਾ ਹੈ, ਜਾਂ ਜਿਹਨੂੰ ਅਸੀਂ ਅੱਜ ਕੱਲ੍ਹ ਕਹਿੰਦੇ ਜਨਤਾ ਦਾ ਰਾਜ ਹੋ ਸਕਦਾ ਹੈ। ਫਿਰ ਸਰਕਾਰਾਂ ਦੀਆਂ ਕਿਸਮਾਂ ਤੋਂ ਬਾਅਦ ਅਸੀਂ ਇਸ ਵਿਸ਼ੇ ਦੇ ਅਧੀਨ ਅਧਿਐਨ ਕਰਦੇ ਹਾਂ ਕਿ ਕਿਸੇ ਸਰਕਾਰ ਦੇ ਅੰਗ ਜਾਂ ਸੰਸਥਾਵਾਂ ਕਿਹੋ ਜਿਹੀਆਂ ਨੇ। ਅੰਗ ਜਾਂ ਸੰਸਥਾਵਾਂ ਹੁੰਦੀਆਂ ਨੇ ਜਿਵੇਂ ਕਾਨੂੰਨ ਦਾ ਨਿਰਮਾਣ ਕਰਨ ਵਾਲੀ ਸੰਸਥਾ ਕਿਸ ਤਰ੍ਹਾਂ ਦੀ ਹੈ, ਪਾਰਲੀਮੈਂਟ ਹੈ, ਰਾਜਾ ਆਪ ਹੈ, ਜਾਂ ਕੋਈ ਕਾਂਗਰਸ ਹੈ, ਕਿਸ ਤਰ੍ਹਾਂ ਦੀ ਸੰਸਥਾ ਹੈ। ਕਾਨੂੰਨ ਨੂੰ ਲਾਗੂ ਕਰਨ ਵਾਲੀ ਸੰਸਥਾ ਕਿਸ ਤਰ੍ਹਾਂ ਦੀ ਹੈ। ਅਸੀਂ ਇਹਨਾਂ ਪੱਖਾਂ ਦਾ ਅਧਿਐਨ ਕਰਦੇ ਹਾਂ, ਸਟੱਡੀ ਕਰਦੇ ਹਾਂ ਤੁਲਨਾਤਮਕ ਸਰਕਾਰ ਦੇ ਅਧੀਨ। ਤੁਲਨਾਤਮਕ ਰਾਜਨੀਤੀ ਇਹਨਾਂ ਸੰਸਥਾਵਾਂ ਦੀ ਤੁਲਨਾ ਤਾਂ ਕਰਦੀ ਹੀ ਹੈ, ਨਾਲ ਇਹ ਥੋੜ੍ਹਾ ਜਿਹਾ ਹੋਰ ਇਸ ਦਾ ਜਿਹੜਾ ਖੇਤਰ ਹੈ ਉਹ ਹੋਰ ਅੱਗੇ ਐਕਸਟੈਂਡ ਹੁੰਦਾ ਹੈ। ਇਹ ਉਹਨਾਂ ਸੰਸਥਾਵਾਂ ਅਤੇ ਸਰਕਾਰਾਂ ਦੀ ਕਾਰਜਸ਼ੀਲਤਾ ਭਾਵ ਵਰਕਿੰਗ ਦੀ ਵੀ ਤੁਲਨਾ ਕਰਦੀ ਹੈ। ਜੇ ਇਸ ਨੂੰ ਅਸੀਂ ਡਿਟੇਲ ਦੇ ਵਿੱਚ ਦੇਖਦੇ ਹਾਂ ਤਾਂ ਜੋ ਕੁਝ ਤੁਲਨਾਤਮਕ ਸਰਕਾਰ ਦੇ ਵਿੱਚ ਸਟੱਡੀ ਕੀਤਾ ਜਾਂਦਾ ਸੀ, ਭਾਵ ਕਿਸ ਰਾਜ ਦੇ ਵਿੱਚ ਕਿਸ ਕਿਸਮ ਦੀ ਸਰਕਾਰ ਹੈ, ਰਾਜਤੰਤਰ ਹੈ, ਕੁਲੀਨ ਤੰਤਰ ਹੈ, ਲੋਕਤੰਤਰ ਹੈ, ਉਹ ਵੀ ਇਹਦੇ ਵਿੱਚ ਅਸੀਂ ਸਟੱਡੀ ਕਰਦੇ ਹਾਂ। ਕਿਸੇ ਰਾਜ ਦੀ ਸਰਕਾਰ ਦੇ ਅੰਗ ਜਾਂ ਸੰਸਥਾਵਾਂ ਕਿਹੋ ਜਿਹੀਆਂ ਨੇ, ਵਿਧਾਨ ਮੰਡਲ ਕਿਸ ਤਰ੍ਹਾਂ ਦਾ ਹੈ, ਐਗਜ਼ੀਕਿਊਟਿਵ ਕਿਸ ਤਰ੍ਹਾਂ ਦੀ ਹੈ, ਜੁਡੀਸ਼ੀਅਲ ਸਿਸਟਮ ਕਿਸ ਤਰ੍ਹਾਂ ਦਾ ਹੈ, ਉਹ ਵੀ ਇਹਦੇ ਵਿੱਚ ਅਸੀਂ ਅਧਿਐਨ ਕਰਦੇ ਹਾਂ। ਕਿਸੇ ਰਾਜ ਦੇ ਵਿੱਚ ਸਰਕਾਰ ਦੀ ਕਾਰਜਸ਼ੀਲਤਾ ਨੂੰ ਕਿਹੜੇ-ਕਿਹੜੇ ਤੱਥ ਪ੍ਰਭਾਵਿਤ ਕਰਦੇ ਹਨ, ਉਹਨਾਂ ਨੂੰ ਵੀ ਅਸੀਂ ਇਹਦੇ ਵਿੱਚ ਅਧਿਐਨ ਕਰਦੇ ਹਾਂ। ਇੱਥੇ ਆ ਕੇ ਤੁਲਨਾਤਮਕ ਰਾਜਨੀਤੀ ਤੁਲਨਾਤਮਕ ਸਰਕਾਰ ਤੋਂ ਥੋੜ੍ਹੀ ਅਲੱਗ ਹੋ ਜਾਂਦੀ ਹੈ, ਥੋੜ੍ਹਾ ਆਪਣੇ ਵਿਸ਼ੇ ਦੇ ਖੇਤਰ ਨੂੰ ਥੋੜ੍ਹਾ ਹੋਰ ਐਕਸਟੈਂਡ ਕਰ ਲੈਂਦੀ ਹੈ। ਜਿਹੜੇ ਹੋਰ ਤੱਤ ਸਰਕਾਰ ਦੇ ਅੰਗਾਂ ਤੋਂ ਬਿਨਾਂ ਸਰਕਾਰ ਦੀ ਕਾਰਜਸ਼ੀਲਤਾ ਨੂੰ ਪ੍ਰਭਾਵਿਤ ਕਰਦੇ ਨੇ, ਰਾਜਨੀਤਿਕ ਪ੍ਰਣਾਲੀ ਦੀ ਵਰਕਿੰਗ ਨੂੰ ਪ੍ਰਭਾਵਿਤ ਕਰਦੇ ਨੇ, ਉਹਨਾਂ ਦੇ ਵਿੱਚ ਮੁੱਖ ਤੱਤ ਗਿਣੇ ਜਾ ਸਕਦੇ ਨੇ ਰਾਜਨੀਤਿਕ ਦਲ, ਪੋਲੀਟੀਕਲ ਪਾਰਟੀਜ਼, ਪ੍ਰੈਸ਼ਰ ਗਰੁੱਪਸ, ਪੋਲੀਟੀਕਲ ਕਲਚਰ, ਮਤਦਾਨ ਵਿਹਾਰ। ਇਹ ਕੁਝ ਇਸ ਤਰ੍ਹਾਂ ਦੇ ਫੈਕਟ ਨੇ ਜਿਹੜੇ ਹਰ ਰਾਜਨੀਤੀ ਦੀ ਵਰਕਿੰਗ ਨੂੰ ਪ੍ਰਭਾਵਿਤ ਕਰਦੇ ਨੇ। ਤੁਲਨਾਤਮਕ ਰਾਜਨੀਤੀ ਦੇ ਵਿੱਚ ਅਸੀਂ ਤੁਲਨਾਤਮਕ ਸਰਕਾਰ ਦੇ ਅਧੀਨ ਜੋ ਖੇਤਰ ਆਉਂਦਾ ਹੈ ਉਸ ਦੇ ਨਾਲ ਹੀ ਕੁਝ ਹੋਰ ਐਡੀਸ਼ਨਲ ਖੇਤਰ ਨੂੰ ਸਟੱਡੀ ਕਰਦੇ ਹਾਂ। ਉਹ ਸਾਰਾ ਖੇਤਰ ਜਿਹੜਾ ਕਿਸੇ ਪੋਲੀਟੀਕਲ ਸਿਸਟਮ ਦੀ ਵਰਕਿੰਗ ਨੂੰ ਕਿਸੇ ਵੀ ਰੂਪ ਦੇ ਵਿੱਚ ਪ੍ਰਭਾਵਿਤ ਕਰਦਾ ਹੈ। ਕਿਸੇ ਰਾਜ ਦੇ ਵਿੱਚ ਰਾਜਨੀਤਿਕ ਵਾਤਾਵਰਨ ਕਿਸ ਤਰ੍ਹਾਂ ਦਾ ਹੈ ਉਹ ਵੀ ਅਸੀਂ ਸਟੱਡੀ ਕਰਦੇ ਹਾਂ, ਕਿਉਂਕਿ ਕੋਈ ਪ੍ਰਣਾਲੀ ਵੈਕਿਊਮ ਦੇ ਵਿੱਚ ਕੰਮ ਨਹੀਂ ਕਰਦੀ। ਹਰ ਪ੍ਰਣਾਲੀ ਇੱਕ ਇਨਵਾਇਰਮੈਂਟ ਦੇ ਵਿੱਚ ਕੰਮ ਕਰਦੀ ਹੈ ਅਤੇ ਉਹ ਇਨਵਾਇਰਮੈਂਟ ਪੋਲੀਟੀਕਲ ਸਿਸਟਮ ਦੀ ਵਰਕਿੰਗ ਨੂੰ ਬਹੁਤ ਪ੍ਰਭਾਵਿਤ ਵੀ ਕਰਦਾ ਹੈ। ਤੁਲਨਾਤਮਕ ਰਾਜਨੀਤੀ ਦਾ ਜਿਹੜਾ ਅਧਿਐਨ ਹੈ ਇਹ ਮਨੁੱਖੀ ਵਿਵਹਾਰ 'ਤੇ ਆਧਾਰਿਤ ਹੈ। ਹਿਊਮਨ ਬਿਹੇਵੀਅਰ ਨੂੰ ਇਹ ਆਪਣਾ ਸੈਂਟਰਲ ਪੁਆਇੰਟ ਬਣਾਉਂਦਾ ਹੈ। ਕਿਸੇ ਰਾਜ ਦੇ ਵਿੱਚ ਇਹ ਮੰਨ ਕੇ ਚੱਲਦੀ ਹੈ ਤੁਲਨਾਤਮਕ ਰਾਜਨੀਤੀ ਕਿ ਕਿਸੇ ਰਾਜ ਦੀ ਸਰਕਾਰ ਦੀ ਜਿਹੜੀ ਵਰਕਿੰਗ ਹੈ
ਉੱਥੋਂ ਦੇ ਲੋਕਾਂ ਦੀ ਮਾਨਸਿਕਤਾ, ਉੱਥੋਂ ਦੇ ਲੋਕਾਂ ਦੇ ਬਿਹੇਵੀਅਰ 'ਤੇ ਬਹੁਤ ਹੱਦ ਤੱਕ ਨਿਰਭਰ ਕਰਦੀ ਹੈ, ਸਰਕਾਰ ਦੀ ਕਿਸਮ ਚਾਹੇ ਕੋਈ ਵੀ ਹੋਵੇ। ਇਹ ਸੋਚ, ਇਹ ਆਈਡੀਓਲੋਜੀ, ਵਿਚਾਰਧਾਰਾ ਕਿਸ ਤਰ੍ਹਾਂ ਆਈ ਕੰਪੈਰੇਟਿਵ ਪੋਲੀਟਿਕਸ ਦੇ ਵਿੱਚ, ਕਿਉਂਕਿ ਸਾਰੇ ਹੀ ਸੋਸ਼ਲ ਸਾਇੰਸਿਸ ਦੇ ਵਿੱਚ ਲਗਭਗ 100 ਸਾਲ ਪਹਿਲਾਂ ਇੱਕ ਵਿਚਾਰਾਂ ਦੀ ਕ੍ਰਾਂਤੀ ਆਈ ਸੀ, ਜਿਸ ਨੂੰ ਵਿਵਹਾਰਵਾਦੀ ਕ੍ਰਾਂਤੀ ਜਾਂ ਬਿਹੇਵੀਅਰਲ ਰੈਵੋਲੂਸ਼ਨ ਕਿਹਾ ਜਾਂਦਾ ਹੈ। ਇਹ ਜਿਹੜੀ ਵਿਵਹਾਰਵਾਦੀ ਕ੍ਰਾਂਤੀ ਹੈ, ਇਹ ਕਹਿੰਦੀ ਸੀ ਕਿ ਸਾਨੂੰ ਮਨੁੱਖ ਦੀਆਂ ਸੰਸਥਾਵਾਂ ਦੇ ਨਾਲ ਮਨੁੱਖ ਦਾ ਬਿਹੇਵੀਅਰ ਕਿਸੇ ਸਮਾਜ ਦੇ ਵਿੱਚ ਕਿਸ ਤਰ੍ਹਾਂ ਦਾ ਹੈ, ਉਸ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ, ਤਾਂ ਅਸੀਂ ਆਪਣੇ ਅਧਿਐਨ ਦੇ ਵਿਸ਼ੇ ਬਾਰੇ ਸਹੀ ਰਿਜ਼ਲਟ 'ਤੇ ਪਹੁੰਚ ਸਕਦੇ ਹਾਂ। ਪੋਲੀਟੀਕਲ ਸਾਇੰਸ ਦੇ ਵਿੱਚ ਜਿਹੜੇ ਬਿਹੇਵੀਅਰਲ ਰੈਵੋਲੂਸ਼ਨ ਦੇ ਮੁੱਢਲੇ ਵਿਆਖਿਆਕਾਰ ਨੇ, ਉਹ ਦੋ ਮੰਨੇ ਜਾਂਦੇ ਨੇ। ਗ੍ਰਾਹਮ ਵਾਲਸ, ਇਹਨਾਂ ਦੀ ਇੱਕ ਪੁਸਤਕ ਆਈ ਸੀ ਹਿਊਮਨ ਨੇਚਰ ਇਨ ਪੋਲੀਟਿਕਸ 1908 ਦੇ ਵਿੱਚ, ਅਤੇ ਇਸੇ ਹੀ ਸਾਲ ਦੇ ਵਿੱਚ ਆਰਥਰ ਬੈਂਟਲੇ ਦੀ ਇੱਕ ਕਿਤਾਬ ਆਈ ਸੀ ਸ਼ਾਸਨ ਦੀ ਪ੍ਰਕਿਰਿਆ। ਇਹਨਾਂ ਦੋ ਕਿਤਾਬਾਂ ਦੇ ਪਬਲਿਸ਼ ਹੋਣ ਨਾਲ ਪੋਲੀਟੀਕਲ ਸਾਇੰਸ ਦੇ ਖੇਤਰ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਵਿਵਹਾਰਵਾਦੀ ਕ੍ਰਾਂਤੀ ਪੋਲੀਟੀਕਲ ਸਾਇੰਸ ਦੇ ਵਿੱਚ ਆਰੰਭ ਹੋ ਗਈ। ਹੁਣ ਅਸੀਂ ਡਿਸਕਸ ਕਰਦੇ ਹਾਂ ਕਿ ਤੁਲਨਾਤਮਕ ਰਾਜਨੀਤੀ ਦਾ ਅਰਥ ਅਤੇ ਪਰਿਭਾਸ਼ਾ ਕੀ ਹੈ। ਤੁਲਨਾਤਮਕ ਰਾਜਨੀਤੀ ਦੇ ਅਰਥਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਸ ਵਿੱਚ ਕਿਸੇ ਸਰਕਾਰ, ਇਸ ਦੇ ਅੰਗਾਂ ਅਤੇ ਇਸ ਦੀ ਕਾਰਜਸ਼ੀਲਤਾ ਨੂੰ ਪ੍ਰਭਾਵਿਤ ਕਰਨ ਵਾਲੇ ਸਾਰੇ ਤੱਥਾਂ ਦਾ ਅਧਿਐਨ ਕੀਤਾ ਜਾਂਦਾ ਹੈ। ਇਹ ਜਿਹੜੇ ਸਾਰੇ ਤੱਥ ਨੇ, ਇਹ ਇਸ ਨੂੰ ਪੁਰਾਣਾ ਜਿਹੜਾ ਅਧਿਐਨ ਦਾ ਵਿਧੀ ਸੀ ਕੰਪੈਰੇਟਿਵ ਗਵਰਨਮੈਂਟ ਦੀ, ਉਹਦੇ ਨਾਲੋਂ ਥੋੜ੍ਹਾ ਜਿਹਾ ਡਿਫਰੈਂਸ਼ੀਏਟ ਕਰਦੇ ਨੇ। ਮਾਈਕਲ ਕਰਟਿਸ ਨੇ ਤੁਲਨਾਤਮਕ ਰਾਜਨੀਤੀ ਦੀ ਪਰਿਭਾਸ਼ਾ ਦਿੰਦਿਆਂ ਕਿਹਾ ਕਿ ਤੁਲਨਾਤਮਕ ਰਾਜਨੀਤੀ ਦਾ ਸੰਬੰਧ ਰਾਜਨੀਤਿਕ ਸੰਸਥਾਵਾਂ ਦੀ ਕਾਰਜ ਪ੍ਰਣਾਲੀ ਅਤੇ ਰਾਜਨੀਤਿਕ ਵਿਵਹਾਰ ਵਿੱਚ ਪਾਈਆਂ ਜਾਣ ਵਾਲੀਆਂ ਮਹੱਤਵਪੂਰਨ ਨਿਯਮਤਾਵਾਂ, ਸਮਾਨਤਾਵਾਂ ਅਤੇ ਅੰਤਰਾਂ ਨਾਲ ਹੈ। ਹੁਣ ਕੁਐਸਚਨ ਦਾ ਮੇਨ ਭਾਗ ਸ਼ੁਰੂ ਹੁੰਦਾ ਹੈ ਕਿ ਕੰਪੈਰੇਟਿਵ ਪੋਲੀਟਿਕਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ। ਸਭ ਤੋਂ ਪਹਿਲਾਂ ਤਾਂ ਕੰਪੈਰੇਟਿਵ ਪੋਲੀਟਿਕਸ ਦੀ ਵਿਸ਼ੇਸ਼ਤਾ ਹੈ ਕਿ ਇਹ ਇੱਕ ਵਿਸ਼ਲੇਸ਼ਣਾਤਮਕ ਅਤੇ ਵਿਵਹਾਰਕ ਅਧਿਐਨ ਹੈ। ਇਹ ਕੇਵਲ ਸਿਧਾਂਤ ਦੇ ਆਧਾਰ 'ਤੇ ਕਿਸੇ ਪ੍ਰਣਾਲੀ ਦੀ ਜੱਜਮੈਂਟ ਨਹੀਂ ਕਰਦਾ। ਸਿਧਾਂਤ ਦੇ ਆਧਾਰ 'ਤੇ ਜੱਜਮੈਂਟ ਕਰਨ ਦਾ ਭਾਵ ਹੈ ਕਿ ਅਸੀਂ, ਜੇ ਇੱਕ ਸਿਧਾਂਤ ਹੈ ਕਿ ਡੈਮੋਕ੍ਰੇਸੀ ਇਜ਼ ਦੀ ਬੈਸਟ ਫਾਰਮ ਆਫ ਗਵਰਨਮੈਂਟ, ਤਾਂ ਅਸੀਂ ਕਿਸੇ ਡੈਮੋਕ੍ਰੈਟਿਕ ਸਿਸਟਮ ਨੂੰ ਕਿਸੇ ਅਨਡੈਮੋਕ੍ਰੈਟਿਕ ਸਿਸਟਮ ਨਾਲੋਂ ਚੰਗਾ ਮੰਨ ਲੈਂਦੇ ਹਾਂ। ਇਹ ਕੇਵਲ ਸਿਧਾਂਤ ਦੇ ਆਧਾਰ 'ਤੇ ਕਿਸੇ ਰਾਜਨੀਤਿਕ ਪ੍ਰਣਾਲੀ ਦੀ ਵਰਕਿੰਗ ਦੀ ਪਰਖ ਨਹੀਂ ਕਰਦਾ। ਇਹ ਕਿਸੇ ਵੀ ਰਾਜਨੀਤਿਕ ਪ੍ਰਣਾਲੀ ਦੇ ਤੱਥ ਉੱਥੋਂ ਦੀ ਵਿਵਹਾਰਕ ਰਾਜਨੀਤੀ ਪ੍ਰੈਕਟੀਕਲ ਪੋਲੀਟਿਕਸ ਦੇ ਵਿੱਚੋਂ ਇਕੱਠੇ ਕਰਦਾ ਹੈ। ਫਿਰ ਤੱਥਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਤੱਥਾਂ ਦਾ ਧਿਆਨ ਨਾਲ, ਗੌਰ ਨਾਲ ਐਨਾਲਿਸਿਸ ਕਰਕੇ ਫਿਰ ਇਸ ਰਿਜ਼ਲਟ 'ਤੇ ਪਹੁੰਚਿਆ ਜਾਂਦਾ ਹੈ ਕਿ ਕਿਸੇ ਪੋਲੀਟੀਕਲ ਸਿਸਟਮ ਦੀ ਵਰਕਿੰਗ ਕਿਸ ਤਰ੍ਹਾਂ ਦੀ ਹੈ। ਇਸ ਨੂੰ ਚੰਗੀਆਂ ਰਾਜਨੀਤਿਕ ਪ੍ਰਣਾਲੀਆਂ ਵਿੱਚ ਰੱਖਿਆ ਜਾ ਸਕਦਾ ਹੈ ਜਾਂ ਇਸ ਦੇ ਵਿੱਚ ਬੁਰਾਈਆਂ ਜ਼ਿਆਦਾ ਹਨ। ਕੰਪੈਰੇਟਿਵ ਪੋਲੀਟਿਕਸ ਦੇ ਵਿੱਚ ਰਸਮੀ ਢਾਂਚਿਆਂ ਦਾ ਤੁਲਨਾਤਮਕ ਅਧਿਐਨ ਵੀ ਕੀਤਾ ਜਾਂਦਾ ਹੈ। ਇਹ ਅਧਿਐਨ ਹੈ ਜਿਹੜਾ ਕੰਪੈਰੇਟਿਵ ਗਵਰਨਮੈਂਟ ਦੇ ਅਧੀਨ ਵੀ ਕੀਤਾ ਜਾਂਦਾ ਸੀ। ਰਸਮੀ ਢਾਂਚੇ ਹੁੰਦੇ ਕਿਹੜੇ-ਕਿਹੜੇ ਨੇ? ਕਾਰਜਪਾਲਿਕਾ, ਵਿਧਾਨ ਮੰਡਲ, ਨਿਆਂਪਾਲਿਕਾ। ਇਹ ਕੁਝ ਮਹੱਤਵਪੂਰਨ ਰਸਮੀ ਢਾਂਚੇ ਨੇ। ਰਸਮੀ ਢਾਂਚੇ ਦਾ ਭਾਵ ਹੈ ਉਹ ਸਟਰਕਚਰ ਜਿਸ ਦੀ ਵਿਵਸਥਾ ਕਾਨੂੰਨ ਦੁਆਰਾ ਜਾਂ ਸੰਵਿਧਾਨ ਦੁਆਰਾ ਕੀਤੀ ਗਈ ਹੈ। ਜਿਵੇਂ ਭਾਰਤ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਮੰਤਰੀ ਪਰਿਸ਼ਦ ਇਹ ਕਾਰਜਪਾਲਿਕਾ ਹੈ। ਸਾਡੀ ਪਾਰਲੀਮੈਂਟ ਸਾਡਾ ਵਿਧਾਨ ਮੰਡਲ ਹੈ। USA ਦੀ ਕਾਂਗਰਸ ਉੱਥੋਂ ਦਾ ਵਿਧਾਨ ਮੰਡਲ ਹੈ। ਸਾਡੀ ਸੁਪਰੀਮ ਕੋਰਟ ਅਤੇ ਸਾਡੀਆਂ ਦੂਸਰੀਆਂ ਕੋਰਟਸ ਸਾਡੀ ਨਿਆਂਪਾਲਿਕਾ ਨੂੰ ਰਿਪਰੈਜ਼ੈਂਟ ਕਰਦੀਆਂ ਹਨ। ਇਹ ਇਹਨਾਂ ਰਸਮੀ ਢਾਂਚਿਆਂ ਦਾ ਅਧਿਐਨ ਹੈ ਜਿਹੜਾ, ਅਤੇ ਇਹਨਾਂ ਦੀ ਅੰਤ ਨਿਰਭਰਤਾ ਕਿੰਨੀ ਕੁ ਹੈ, ਇੱਕ ਦੂਸਰੇ ਦੇ ਉੱਪਰ ਨਿਰਭਰਤਾ ਕਿੰਨੀ ਕੁ ਹੈ। ਇਹ ਸਾਰੇ ਅੰਗ ਬਿਲਕੁਲ ਇੱਕ ਦੂਸਰੇ ਤੋਂ ਵੱਖੋ ਵੱਖਰੇ ਹਨ ਜਾਂ ਇਹਨਾਂ ਦੇ ਵਿੱਚ ਸਾਨੂੰ ਓਵਰਲੈਪਿੰਗ ਮਿਲਦੀ ਹੈ। ਜਿੰਨੇ ਪੁਰਾਤਨ ਸਿਸਟਮ ਮੰਨੇ ਜਾਂਦੇ ਨੇ, ਪ੍ਰਾਚੀਨ ਸਿਸਟਮ ਮੰਨੇ ਜਾਂਦੇ ਨੇ, ਉਹਨਾਂ ਦੇ ਵਿੱਚ ਇਹ ਸਾਰੇ ਹੀ ਜਿਹੜੇ ਅੰਗ ਨੇ ਇਹ ਆਪਸ ਦੇ ਵਿੱਚ ਬਹੁਤ ਜ਼ਿਆਦਾ ਜੁੜੇ ਹੋਏ ਸੀ। ਜਿਵੇਂ ਰਾਜਤੰਤਰ ਦੇ ਸਮੇਂ ਅਸੀਂ ਦੇਖੀਏ ਤਾਂ ਰਾਜਾ ਹੀ ਸਭ ਤੋਂ ਵੱਡਾ ਐਗਜ਼ੀਕਿਊਟਿਵ ਸੀ, ਰਾਜਾ ਹੀ ਸਭ ਤੋਂ ਵੱਡਾ ਕਾਨੂੰਨ ਘੜਨ ਵਾਲਾ ਵਿਅਕਤੀ ਸੀ, ਰਾਜਾ ਹੀ ਸਭ ਤੋਂ ਵੱਡਾ ਨਿਆਂ ਦਾ ਸੋਮਾ ਸੀ, ਰਾਜਾ ਹੀ ਸੈਨਾਪਤੀ ਸੀ, ਰਾਜਾ ਹੀ ਸਭ ਤੋਂ ਵੱਡਾ ਧਾਰਮਿਕ ਮੁਖੀ ਵੀ ਕਈ ਸਮਾਜਾਂ ਦੇ ਵਿੱਚ ਹੁੰਦਾ ਸੀ। ਪਰ ਜਿਉਂ-ਜਿਉਂ ਆਧੁਨਿਕਤਾ ਵੱਲ ਜਾਂਦੇ ਹਾਂ ਤਾਂ ਇਹ ਅੰਗ ਨੇ ਜਿਹੜੇ ਡਿਫਰੈਂਸ਼ੀਏਟ ਹੁੰਦੇ ਜਾਂਦੇ ਨੇ। ਕਾਰਜਪਾਲਿਕਾ, ਵਿਧਾਨਪਾਲਿਕਾ ਅਤੇ
ਨਿਆਂਪਾਲਿਕਾ ਡਿਫਰੈਂਟ ਹੁੰਦੇ ਜਾਂਦੇ ਨੇ। ਪਰ ਫਿਰ ਵੀ ਅੱਜ ਕੱਲ੍ਹ ਕਈ ਥਾਵਾਂ 'ਤੇ ਸੰਸਦੀ ਪ੍ਰਣਾਲੀ ਹੁੰਦੀ ਹੈ, ਜਿਸ ਵਿੱਚ ਵਿਧਾਨ ਮੰਡਲ ਤੇ ਕਾਰਜਪਾਲਿਕਾ ਆਪਸ ਦੇ ਵਿੱਚ ਗਹਿਰੇ ਤੌਰ 'ਤੇ ਜੁੜੇ ਹੁੰਦੇ ਹਨ। ਪਰੰਤੂ ਜਿਹੜੀ ਇੱਕ ਦੂਸਰੀ ਪ੍ਰਣਾਲੀ ਹੈ, US ਮਾਡਲ ਹੈ, ਜਿਸ ਨੂੰ ਅਸੀਂ ਰਾਸ਼ਟਰਪਤੀ ਪ੍ਰਣਾਲੀ ਕਹਿੰਦੇ ਹਾਂ, ਉਹਦੇ ਵਿੱਚ ਇਹ ਤਿੰਨੇ ਹੀ ਅੰਗ ਕਾਰਜਪਾਲਿਕਾ, ਵਿਧਾਨ ਮੰਡਲ ਅਤੇ ਨਿਆਂਪਾਲਿਕਾ ਬਿਲਕੁਲ ਹੀ ਇੱਕ ਦੂਸਰੇ ਤੋਂ ਅਲੱਗਾ ਹੁੰਦੇ ਹਨ, ਕਿਉਂਕਿ ਉੱਥੇ ਸ਼ਕਤੀਆਂ ਦੀ ਅਲੱਗਗੀ ਦਾ ਸਿਧਾਂਤ ਅਡਾਪਟ ਕੀਤਾ ਗਿਆ ਹੈ। ਇਸ ਤਰ੍ਹਾਂ ਕੰਪੈਰੀਟਿਵ ਪੋਲਿਟਿਕਸ ਦੇ ਵਿੱਚ ਅਸੀਂ ਜਿਹੜੇ ਇਹ ਫਾਰਮਲ ਸਟਰਕਚਰਸ ਹੁੰਦੇ ਨੇ ਕਿਸੇ ਗਵਰਨਮੈਂਟ ਦੇ, ਉਹਨਾਂ ਦਾ ਅਧਿਐਨ ਕਰਦੇ ਹਾਂ, ਉਹਨਾਂ ਦੀ ਵਰਕਿੰਗ ਦਾ ਵੀ ਅਧਿਐਨ ਕਰਦੇ ਹਾਂ। ਪਰ ਨਾਲ ਹੀ ਜਿਹੜੇ ਕੁਝ ਇਨਫਾਰਮਲ ਸਟਰਕਚਰਸ ਹੁੰਦੇ ਨੇ ਗਵਰਨਮੈਂਟ ਦੇ, ਗੈਰ ਰਸਮੀ ਢਾਂਚੇ ਹੁੰਦੇ ਨੇ, ਉਹਨਾਂ ਦਾ ਵੀ ਅਸੀਂ ਤੁਲਨਾਤਮਕ ਅਧਿਐਨ ਕਰਦੇ ਹਾਂ। ਇਹ ਗੈਰ ਰਸਮੀ ਢਾਂਚੇ ਕਿਹੜੇ-ਕਿਹੜੇ ਨੇ? ਦਬਾਓ ਸਮੂਹ, ਰਾਜਨੀਤਿਕ ਦਲ, ਸੰਪਰਦਾਇਕ ਸੰਸਥਾਵਾਂ, ਇਹ ਸਾਰੇ ਬੇਸ਼ੱਕ ਕਿਸੇ ਸੰਵਿਧਾਨ ਦੁਆਰਾ ਜਾਂ ਕਿਸੇ ਕਾਨੂੰਨ ਦੁਆਰਾ ਇਹਨਾਂ ਦੀ ਵਿਵਸਥਾ ਨਹੀਂ ਕੀਤੀ ਜਾਂਦੀ, ਪਰੰਤੂ ਇਹ ਰਾਜਨੀਤਿਕ ਪ੍ਰਣਾਲੀ ਦੀ ਵਰਕਿੰਗ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ। ਜਿਸ ਤਰ੍ਹਾਂ ਦੇ ਪ੍ਰੈਸ਼ਰ ਗਰੁੱਪਸ ਹੋਣਗੇ, ਉਸੇ ਤਰ੍ਹਾਂ ਦਾ ਪ੍ਰਭਾਵ ਉਹ ਪੋਲੀਟੀਕਲ ਸਿਸਟਮ 'ਤੇ ਪਾਉਣਗੇ। ਜਿਸ ਤਰ੍ਹਾਂ ਦੇ ਰਾਜਨੀਤਿਕ ਦਲ ਹੋਣਗੇ, ਪੋਲੀਟੀਕਲ ਸਿਸਟਮ ਦੀ ਵਰਕਿੰਗ ਵੀ ਉਸੇ ਤਰ੍ਹਾਂ ਦੀ ਹੋਵੇਗੀ। ਜੇ ਰਾਜਨੀਤਿਕ ਦਲ ਸੰਪਰਦਾਇਕਤਾ 'ਤੇ ਆਧਾਰਿਤ ਹੋਣਗੇ ਤਾਂ ਉਸ ਪ੍ਰਣਾਲੀ ਦੀ ਵਰਕਿੰਗ ਵੀ ਸੰਪਰਦਾਇਕ ਕਿਸਮ ਦੀ ਬਣ ਜਾਂਦੀ ਹੈ। ਇਸ ਤੋਂ ਬਿਨਾਂ ਹੋਰ ਸੰਪਰਦਾਇਕ ਸੰਸਥਾਵਾਂ ਹੁੰਦੀਆਂ ਨੇ ਜਿਹੜੀਆਂ ਕਿਸੇ ਪੋਲੀਟੀਕਲ ਸਿਸਟਮ ਦੀ ਵਰਕਿੰਗ ਨੂੰ ਪ੍ਰਭਾਵਿਤ ਕਰਦੀਆਂ ਨੇ। ਇਹਨਾਂ ਦਾ ਵੀ ਅਸੀਂ ਅਧਿਐਨ ਕੰਪੈਰੀਟਿਵ ਪੋਲਿਟਿਕਸ ਦੇ ਵਿੱਚ ਕਰਦੇ ਹਾਂ। ਇਸ ਤੋਂ ਬਿਨਾਂ ਅਸੀਂ ਇਨਫਰਾਸਟ੍ਰਕਚਰ ਜਾਂ ਆਧਾਰਕ ਸੰਰਚਨਾਵਾਂ ਦਾ ਵੀ ਅਧਿਐਨ ਕਰਦੇ ਹਾਂ। ਕੋਈ ਵੀ ਪ੍ਰਣਾਲੀ ਅਸੀਂ ਕਹਿ ਸਕਦੇ ਹਾਂ ਕਿ ਵੈਕਿਊਮ ਦੇ ਵਿੱਚ, ਸੁੰਨ ਸਥਾਨ ਦੇ ਵਿੱਚ ਕੰਮ ਨਹੀਂ ਕਰਦੀ। ਹਰ ਪ੍ਰਣਾਲੀ ਇੱਕ ਇਨਵਾਇਰਮੈਂਟ ਦੇ ਵਿੱਚ ਕੰਮ ਕਰਦੀ ਹੈ। ਉਹ ਇਨਵਾਇਰਮੈਂਟ ਇਸ ਨੂੰ ਦੇ ਲਈ ਇੱਕ ਆਧਾਰਕ ਸੰਰਚਨਾ ਦਾ ਕੰਮ ਕਰਦਾ ਹੈ। ਕਿਸੇ ਪੋਲੀਟੀਕਲ ਸਿਸਟਮ ਦੇ ਲਈ ਆਧਾਰਕ ਸੰਰਚਨਾਵਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ? ਜਿਵੇਂ ਆਰਥਿਕਤਾ ਨੂੰ ਮੰਨਿਆ ਜਾ ਸਕਦਾ ਹੈ। ਕਿਸੇ ਰਾਜ ਦੀ ਆਰਥਿਕਤਾ ਬਹੁਤ ਸਟਰੋਂਗ ਹੈ ਅਤੇ ਦੂਜੇ ਪਾਸੇ ਕਿਸੇ ਰਾਜ ਦੀ ਇਕੋਨਮੀ ਬਹੁਤ ਵੀਕ ਹੈ, ਜਾਂ ਅਮੀਰ ਗਰੀਬ ਦਾ ਡਿਫਰੈਂਸ ਬਹੁਤ ਜ਼ਿਆਦਾ ਹੈ, ਤਾਂ ਉਹਨਾਂ ਦੋਨਾਂ ਹੀ ਪੋਲੀਟੀਕਲ ਸਿਸਟਮਸ ਦੀ ਵਰਕਿੰਗ ਦੇ ਵਿੱਚ ਸਾਨੂੰ ਅੰਤਰ ਦਿਖਾਈ ਦੇਵੇਗਾ। ਜਿਵੇਂ ਅੱਜ ਕੱਲ੍ਹ ਕਈ ਏਸ਼ੀਅਨ ਅਤੇ ਅਫਰੀਕਨ ਕੰਟਰੀਜ਼ ਜਿਨ੍ਹਾਂ ਨੇ ਡੈਮੋਕ੍ਰੇਸੀ ਅਡੋਪਟ ਕੀਤੀ ਹੈ, ਉਹਨਾਂ ਦੀ ਵਰਕਿੰਗ ਉਨੀ ਸਮੂਥ ਨਹੀਂ ਹੈ ਜਿੰਨੀ ਸਮੂਥ ਕਈ ਅਰਬ ਦੇਸ਼ਾਂ ਦੇ ਕਈ ਰਾਜਾਂ ਦੇ ਵਿੱਚ ਹੈ, ਜਿੱਥੇ ਅਜੇ ਤੱਕ ਡੈਮੋਕ੍ਰੇਸੀ ਨਹੀਂ ਆਈ, ਰਾਜਤੰਤਰ ਹੀ ਚੱਲ ਰਿਹਾ, ਪਰੰਤੂ ਆਰਥਿਕਤਾ ਸਟਰੋਂਗ ਹੋਣ ਕਰਕੇ ਉੱਥੇ ਸਾਨੂੰ ਦੰਗੇ ਫਸਾਦ, ਲੜਾਈਆਂ ਝਗੜੇ ਜਾਂ ਪੋਲੀਟੀਕਲ ਸਿਸਟਮ 'ਤੇ ਪ੍ਰੈਸ਼ਰ ਘੱਟ ਵਿਖਾਈ ਦਿੰਦਾ ਹੈ। ਇਤਿਹਾਸ ਵੀ ਪੋਲੀਟੀਕਲ ਸਿਸਟਮ ਦੀ ਵਰਕਿੰਗ ਨੂੰ ਪ੍ਰਭਾਵਿਤ ਕਰਦਾ ਹੈ ਕਿ ਕਿਸੇ ਕਮਿਊਨਿਟੀ ਦਾ ਇਤਿਹਾਸ ਕਿਸ ਤਰ੍ਹਾਂ ਦਾ ਹੈ, ਕਿਉਂਕਿ ਮਨੁੱਖ ਦਾ ਸੁਭਾਅ ਜਲਦੀ ਬਦਲ ਜਾਂਦਾ ਹੈ, ਬਟ ਕੌਮਾਂ ਦਾ ਸੁਭਾਅ ਹੈ ਜਿਹੜਾ ਉਹ ਸਦੀਆਂ ਦੇ ਵਿੱਚ ਬਦਲਦਾ ਹੈ, ਸਦੀਆਂ ਦੇ ਵਿੱਚ ਹੀ ਬਿਲਡ ਹੁੰਦਾ ਹੈ। ਇਸ ਲਈ ਇਤਿਹਾਸ ਸਾਡਾ ਪ੍ਰੈਜੈਂਟ ਸਿਸਟਮ 'ਤੇ ਵੀ ਪ੍ਰਭਾਵ ਪਾਉਂਦਾ ਹੈ। ਸੰਪਰਦਾਇਕਤਾ ਦਾ ਪੱਧਰ ਕੀ ਹੈ? ਸਮਾਜ ਸੰਪਰਦਾਇਕ ਹੈ, ਪੋਲੀਟੀਕਲ ਸਿਸਟਮ ਸੰਪਰਦਾਇਕ ਹੈ ਜਾਂ ਸੈਕੂਲਰ ਹੈ? ਸਿੱਖਿਆ ਦਾ ਪੱਧਰ ਕੀ ਹੈ? ਭਾਸ਼ਾ ਦਾ ਕੁਐਸਚਨ ਕਿ ਸਾਰੇ ਲੋਕਾਂ ਦੀ ਇੱਕ ਹੀ ਭਾਸ਼ਾ ਹੈ ਜਾਂ ਅਲੱਗ-ਅਲੱਗ ਭਾਸ਼ਾਵਾਂ ਹਨ? ਜੇ ਅਲੱਗ-ਅਲੱਗ ਭਾਸ਼ਾਵਾਂ ਹਨ ਤਾਂ ਉਹ ਕਿਸੇ ਹਾਰਮੋਨੀ ਦੇ ਨਾਲ ਰਹਿ ਰਹੇ ਹਨ, ਸੁਮੇਲਤਾ ਦੇ ਨਾਲ ਰਹਿ ਰਹੇ ਹਨ, ਜਾਂ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਕੰਪੀਟੀਸ਼ਨ ਹੈ। ਇਹ ਸਾਰਾ ਜਿਹੜਾ ਸਮਾਜ ਦਾ ਵਾਤਾਵਰਨ ਹੈ, ਇਹ ਪੋਲੀਟੀਕਲ ਸਿਸਟਮ ਦੀ ਵਰਕਿੰਗ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਇਸ ਲਈ ਇਸ ਦਾ ਅਧਿਐਨ ਕੀਤੇ ਬਿਨਾਂ ਅਸੀਂ ਕਿਸੇ ਪੋਲੀਟੀਕਲ ਸਿਸਟਮ ਦੀ ਸਹੀ ਜੱਜਮੈਂਟ ਨਹੀਂ ਕਰ ਸਕਦੇ। ਫਿਰ ਇਹਦੇ ਵਿੱਚ ਕੰਪੈਰੀਟਿਵ ਪੋਲਿਟਿਕਸ ਦੇ ਵਿੱਚ ਵਿਕਾਸਸ਼ੀਲ ਸਮਾਜਾਂ ਦਾ ਵੀ ਅਧਿਐਨ ਕੀਤਾ ਜਾਂਦਾ ਹੈ। ਕੰਪੈਰੀਟਿਵ ਗਵਰਨਮੈਂਟ ਦੇ ਵਿੱਚ ਵਿਕਾਸਸ਼ੀਲ ਸਮਾਜਾਂ 'ਤੇ ਨਹੀਂ, ਵਿਕਸਿਤ ਸਮਾਜਾਂ ਦਾ ਹੀ ਜ਼ਿਆਦਾ ਅਧਿਐਨ ਕੀਤਾ ਜਾਂਦਾ ਸੀ। ਮੋਟੇ ਜਿਹੇ ਤੌਰ 'ਤੇ ਨਾਰਥ ਅਮਰੀਕਾ ਦੇ ਕੰਟਰੀ, ਯੂਰਪ ਦੇ ਕੰਟਰੀ ਅਤੇ ਆਸਟ੍ਰੇਲੀਆ ਵਗੈਰਾ ਨੇ ਜਿਹੜੇ, ਇਹਨਾਂ ਨੂੰ ਅਸੀਂ ਵਿਕਸਿਤ ਰਾਜਾਂ 'ਚ ਮੰਨਦੇ ਹਾਂ, ਅਤੇ ਦੂਸਰੇ ਪਾਸੇ ਅਫਰੀਕਾ, ਸਾਊਥ ਅਮਰੀਕਾ ਅਤੇ ਏਸ਼ੀਆ ਦੇ ਕੰਟਰੀ ਨੇ ਜਿਹੜੇ, ਇਹਨਾਂ ਨੂੰ ਅਸੀਂ ਵਿਕਾਸਸ਼ੀਲ ਰਾਜਾਂ ਦੀ ਕੈਟੇਗਰੀ ਦੇ ਵਿੱਚ ਰੱਖਦੇ ਹਾਂ। ਵਿਕਾਸਸ਼ੀਲ ਰਾਜਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਵਿਕਸਿਤ ਰਾਜਾਂ ਤੋਂ ਬਹੁਤ ਜ਼ਿਆਦਾ ਭਿੰਨ ਨੇ। ਇਸ ਲਈ ਜਿਹੜਾ ਵਿਕਸਿਤ ਰਾਜਾਂ 'ਤੇ ਕੋਈ ਰਿਸਰਚ ਕੀਤੀ ਗਈ ਹੈ ਜਾਂ ਕੋਈ ਸਾਧਨ ਲੱਭੇ ਗਏ ਨੇ ਕਿਸੇ ਸਮੱਸਿਆ ਨੂੰ ਦੂਰ ਕਰਨ ਦੇ, ਉਹ ਜ਼ਰੂਰੀ ਨਹੀਂ ਕਿ ਵਿਕਾਸਸ਼ੀਲ ਸਮਾਜਾਂ 'ਤੇ ਵੀ ਢੁਕਵੇਂ ਹੋਣ, ਕਿਉਂਕਿ ਜਿਹੜੇ ਵਿਕਾਸਸ਼ੀਲ ਸਮਾਜ ਨੇ ਉਹਨਾਂ ਦੀਆਂ ਸਮੱਸਿਆਵਾਂ, ਉਹਨਾਂ ਦਾ ਰਹਿਣ ਸਹਿਣ ਦਾ ਪੱਧਰ ਡਿਫਰੈਂਟ ਹੈ। ਜਿਹੜੇ ਵਿਕਸਿਤ ਰਾਜ ਨੇ ਉਹਨਾਂ ਦੇ ਰਹਿਣ ਸਹਿਣ ਦਾ ਪੱਧਰ, ਉਹਨਾਂ ਦੀਆਂ ਸਮੱਸਿਆਵਾਂ ਡਿਫਰੈਂਟ ਨੇ। ਵਿਕਾਸਸ਼ੀਲ ਰਾਜਾਂ ਦੀਆਂ ਮੁੱਖ ਸਮੱਸਿਆਵਾਂ ਨੇ, ਇਹ ਬਸਤੀਵਾਦ ਦੇ ਸ਼ਿਕਾਰ ਰਹੇ ਨੇ, ਗਰੀਬੀ ਦੇ ਅੱਜ ਵੀ ਸ਼ਿਕਾਰ ਨੇ, ਅਨਪੜ੍ਹਤਾ ਦੇ ਸ਼ਿਕਾਰ ਨੇ,
ਸਮਾਜਿਕ ਵਖਰੇਵੇਂ ਵੱਡੇ ਪੱਧਰ ਤੇ ਪਾਏ ਜਾਂਦੇ ਨੇ। ਬਹੁਤੇ ਰਾਜਾਂ ਦੇ ਵਿੱਚ ਸਰਕਾਰਾਂ ਦੇ ਵਿੱਚ ਸਟੇਬਿਲਿਟੀ ਦੀ ਘਾਟ ਮਿਲਦੀ ਹੈ, ਸੰਪਰਦਾਇਕਤਾ ਦੀ ਹੋਂਦ ਮਿਲਦੀ ਹੈ। ਕਲੋਨੀਅਲਿਜ਼ਮ ਦਾ ਸ਼ਿਕਾਰ ਰਹੇ ਹੋਣ ਕਰਕੇ ਉਦਯੋਗਿਕ ਪਛੜਾਪਣ ਸਾਨੂੰ ਦਿਖਾਈ ਦਿੰਦਾ ਹੈ। ਐਜੂਕੇਸ਼ਨ ਦੀ ਘਾਟ ਕਰਕੇ, ਉਦਯੋਗਿਕ ਪਛੜਾਪਣ ਹੋਣ ਕਰਕੇ ਤਕਨੀਕੀ ਤੌਰ 'ਤੇ ਇਹ ਬਹੁਤ ਪਛੜੇ ਹੋਏ ਨੇ। ਵਿਕਸਿਤ ਰਾਜਾਂ ਦੇ ਉੱਪਰ ਇਹ ਨਿਰਭਰ ਕਰਦੇ ਨੇ। ਇਸ ਲਈ ਇਹਨਾਂ ਦੀਆਂ ਸਮੱਸਿਆਵਾਂ ਡਿਫਰੈਂਟ ਨੇ। ਇਸ ਲਈ ਇਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਉਹ ਨਹੀਂ ਹੋ ਸਕਦਾ ਜਿਹੜਾ ਵਿਕਸਿਤ ਰਾਜਾਂ ਦੇ ਅਧਿਐਨ ਤੋਂ ਕੱਢਿਆ ਗਿਆ। ਇਸ ਲਈ ਕੰਪੈਰੀਟਿਵ ਪੋਲਿਟਿਕਸ ਦੇ ਅਧੀਨ ਵਿਕਸਿਤ ਰਾਜਾਂ ਦੇ ਨਾਲ ਨਾਲ ਵਿਕਾਸਸ਼ੀਲ ਰਾਜਾਂ ਦੇ ਅਧਿਐਨ ਨੂੰ ਵੀ ਜ਼ੋਰ ਦਿੱਤਾ ਜਾਂਦਾ, ਕਿਉਂਕਿ ਬਹੁਤੀਆਂ ਸਮੱਸਿਆਵਾਂ ਨੇ ਜਿਹੜੀਆਂ ਉਹ ਵਿਕਾਸਸ਼ੀਲ ਰਾਜਾਂ ਦੀਆਂ ਨੇ ਅਤੇ ਉਹ ਸਮੱਸਿਆਵਾਂ ਵਿਕਸਿਤ ਰਾਜਾਂ ਤੋਂ ਡਿਫਰੈਂਟ ਨੇ। ਅਤੇ ਅਗਲੀ ਵਿਸ਼ੇਸ਼ਤਾ ਹੈ ਕੰਪੈਰੀਟਿਵ ਪੋਲਿਟਿਕਸ ਦੀ ਵੈਲਿਊ ਫਰੀ ਸਟੱਡੀ, ਕਦਰਾਂ ਕੀਮਤਾਂ ਮੁਕਤ ਅਧਿਐਨ। ਇਸ ਅਧਿਐਨ ਦੇ ਵਿੱਚ ਅਧਿਐਨਕਰਤਾ ਜਾਂ ਰਿਸਰਚਰ ਦੀਆਂ ਜਿਹੜੀਆਂ ਨਿੱਜੀ ਕਦਰਾਂ ਕੀਮਤਾਂ ਹੁੰਦੀਆਂ ਨੇ, ਵੈਲਿਊਜ਼ ਹੁੰਦੀਆਂ ਨੇ, ਉਹਨਾਂ ਨੂੰ ਕੋਈ ਸਥਾਨ ਨਹੀਂ ਦਿੱਤਾ ਜਾਂਦਾ। ਵੈਲਿਊਜ਼ ਹੁੰਦੀਆਂ ਨੇ ਜਿਵੇਂ ਅਸੀਂ ਕਿਸੇ ਪਰਟੀਕੂਲਰ ਧਰਮ, ਕਿਸੇ ਖੇਤਰ, ਕਿਸੇ ਭਾਸ਼ਾ ਨਾਲ ਪਹਿਲਾਂ ਤੋਂ ਹੀ ਜੁੜੇ ਹੁੰਦੇ ਹਾਂ, ਜਨਮ ਤੋਂ ਹੀ ਸਾਡਾ ਉਸ ਪਾਸੇ ਵੱਲ ਨੂੰ ਝੁਕਾਅ ਹੁੰਦਾ ਹੈ। ਜੇ ਅਸੀਂ ਝੁਕਾਅ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਸਾਡਾ ਜਿਹੜਾ ਰਿਜ਼ਲਟ ਹੈ ਉਹ ਓਬਜੈਕਟਿਵ ਨਹੀਂ ਹੋਵੇਗਾ। ਆਦਰਸ਼ਵਾਦ ਨੂੰ ਇਸ ਵਿੱਚ ਕੋਈ ਸਥਾਨ ਨਹੀਂ ਹੈ। ਆਦਰਸ਼ਵਾਦ ਹੁੰਦਾ ਕੀ ਹੋਣਾ ਚਾਹੀਦਾ ਹੈ, ਕੀ ਹੋਣਾ ਚਾਹੀਦਾ ਹੈ ਇੱਥੇ ਮੈਟਰ ਨਹੀਂ ਕਰਦਾ। ਇੱਥੇ ਕੀ ਅਧਿਐਨ ਕੀਤਾ ਜਾਂਦਾ ਹੈ ਕਿ ਐਕਚੁਅਲ ਦੇ ਵਿੱਚ ਕੀ ਹੋ ਰਿਹਾ ਹੈ, ਕਿਹੜੀ ਸਮੱਸਿਆ ਆ ਰਹੀ ਹੈ, ਸਮੱਸਿਆ ਦਾ ਕੀ ਕਾਰਨ ਹੈ ਅਤੇ ਕੀ ਹੱਲ ਹੋ ਸਕਦਾ ਹੈ। ਇਸ ਤਰ੍ਹਾਂ ਦਾ ਅਧਿਐਨ ਕੀਤਾ ਜਾਂਦਾ ਹੈ। ਕੀ ਹੋਣਾ ਚਾਹੀਦਾ ਹੈ ਇਸ ਦੀ ਬਜਾਏ ਕੀ ਸਮੱਸਿਆ ਹੈ ਅਤੇ ਉਸ ਦਾ ਕੀ ਹੱਲ ਹੋ ਸਕਦਾ ਹੈ, ਇਹਨਾਂ ਤੱਥਾਂ 'ਤੇ ਜ਼ੋਰ ਦਿੱਤਾ ਜਾਂਦਾ ਹੈ ਕੰਪੈਰੀਟਿਵ ਪੋਲਿਟਿਕਸ ਦੇ ਵਿੱਚ। ਇਹ ਅੰਤਰ ਅਨੁਸ਼ਾਸਨੀ ਅਧਿਐਨ 'ਤੇ ਜ਼ੋਰ ਦਿੰਦਾ ਹੈ ਕੰਪੈਰੀਟਿਵ ਪੋਲਿਟਿਕਸ ਦਾ ਵਿਸ਼ਾ, ਕਿਉਂਕਿ ਇਸ ਦੇ ਮੁਤਾਬਕ ਗਿਆਨ ਦਾ ਜਿਹੜਾ ਸਰੂਪ ਹੈ ਉਹ ਇਕਾਤਮਕ ਹੈ, ਇੰਟੈਗਰੇਟਡ ਹੈ। ਬੇਸ਼ੱਕ ਆਪਣੀ ਸੌਖ ਦੇ ਲਈ ਅਸੀਂ ਇਹਨੂੰ ਵੱਖੋ ਵੱਖਰੀਆਂ ਬ੍ਰਾਂਚਿਸ ਦੇ ਵਿੱਚ ਵੰਡ ਲਿਆ। ਪਹਿਲਾਂ ਅਸੀਂ ਨੈਚੁਰਲ ਸਾਇੰਸਿਸ ਅਤੇ ਸੋਸ਼ਲ ਸਾਇੰਸਿਸ ਦੇ ਵਿੱਚ ਵੰਡਿਆ, ਫਿਰ ਸੋਸ਼ਲ ਸਾਇੰਸਿਸ ਨੂੰ ਅੱਗੇ ਅਲੱਗ-ਅਲੱਗ ਛੋਟੇ ਆਸਪੈਕਟਸ ਦੇ ਵਿੱਚ ਵੰਡ ਲਿਆ, ਜਿਵੇਂ ਐਂਥਰੋਪੋਲੋਜੀ, ਸੋਸ਼ੋਲੋਜੀ, ਹਿਸਟਰੀ, ਇਕਨੋਮਿਕਸ, ਪੋਲੀਟੀਕਲ ਸਾਇੰਸ। ਇਹ ਜਿਹੜੀ ਵੰਡ ਹੈ ਇਹ ਅਸੀਂ ਆਪਣੀ ਸੌਖ ਦੇ ਲਈ ਇੱਕ ਖੇਤਰ ਦੇ ਵਿੱਚ ਸਪੈਸ਼ਲਾਈਜੇਸ਼ਨ ਪ੍ਰਾਪਤ ਕਰਨ ਦੇ ਲਈ ਕੀਤੀ ਹੈ। ਪਰੰਤੂ ਇਹ ਸਾਰੇ ਵਿਸ਼ੇ ਨੇ ਜਿਹੜੇ ਇੱਕ ਦੂਸਰੇ ਤੋਂ ਬਿਲਕੁਲ ਅਲੱਗ ਨਹੀਂ ਇਹਨਾਂ ਨੂੰ ਕੀਤਾ ਜਾ ਸਕਦਾ। ਜਿਵੇਂ ਇੱਥੇ ਅਸੀਂ ਦੇਖਦੇ ਹਾਂ ਕਿ ਇਹ ਸਾਰੇ ਵਿਸ਼ੇ ਨੇ ਜਿਹੜੇ ਇੱਕ ਹੀ ਜਿਹੜਾ ਪਲਾਂਟ ਹੈ ਉਸ ਦੇ ਡਿਫਰੈਂਟ ਬ੍ਰਾਂਚਿਸ ਹਨ। ਇਸ ਲਈ ਜੇ ਅਸੀਂ ਕਿਸੇ ਰਾਜ ਦੀ ਪੋਲੀਟਿਕਸ ਨੂੰ ਸਮਝਣਾ ਹੈ ਤਾਂ ਸਾਨੂੰ ਉੱਥੋਂ ਦੀ ਇਕੋਨਮੀ ਨੂੰ ਵੀ ਸਮਝਣਾ ਪਵੇਗਾ, ਸਾਨੂੰ ਉੱਥੋਂ ਦੇ ਮਾਨਵ ਵਿਗਿਆਨ ਦੀ ਹਿਸਟਰੀ ਨੂੰ ਵੀ ਸਮਝਣਾ ਪਵੇਗਾ, ਸਾਨੂੰ ਉੱਥੋਂ ਦੀ ਸੋਸ਼ੋਲੋਜੀ ਨੂੰ, ਸਮਾਜਿਕ ਤਾਣੇ ਬਾਣੇ ਨੂੰ ਵੀ ਸਮਝਣਾ ਪਵੇਗਾ, ਸਾਨੂੰ ਥੋੜ੍ਹਾ ਬਹੁਤਾ ਇਤਿਹਾਸ ਨੂੰ ਵੀ ਸਮਝਣਾ ਪਵੇਗਾ। ਭਾਵ ਜੇ ਅਸੀਂ ਇੱਕ ਖੇਤਰ ਦੇ ਵਿੱਚ ਸਪੈਸ਼ਲਾਈਜੇਸ਼ਨ ਪ੍ਰਾਪਤ ਕਰਨੀ ਹੈ, ਕਿਸੇ ਪ੍ਰਣਾਲੀ ਦਾ ਗੌਰ ਨਾਲ ਅਸੀਂ ਵਿਸ਼ਲੇਸ਼ਣ ਕਰਨਾ ਹੈ, ਤਾਂ ਸਾਨੂੰ ਪੋਲੀਟੀਕਲ ਸਿਸਟਮ ਦੇ ਨਾਲ ਨਾਲ ਜਿਹੜੇ ਪੋਲੀਟੀਕਲ ਸਿਸਟਮ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਵਿਸ਼ੇ ਨੇ ਉਹਨਾਂ ਦੀ ਘੱਟੋ ਘੱਟ ਬੇਸਿਕ ਜਾਣਕਾਰੀ ਸਾਨੂੰ ਜ਼ਰੂਰ ਪ੍ਰਾਪਤ ਕਰਨੀ ਚਾਹੀਦੀ ਹੈ। ਇਹ ਮਾਨਤਾ ਹੈ ਕਿ ਇੱਕ ਵਿਸ਼ੇ ਦੇ ਨਾਲ ਦੂਸਰੇ ਵਿਸ਼ੇ ਸੰਬੰਧਿਤ ਹੁੰਦੇ ਹਨ ਅਤੇ ਉਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਉਹਨਾਂ ਵਿਸ਼ਿਆਂ ਦਾ ਵੀ ਗਿਆਨ ਪ੍ਰਾਪਤ ਸਾਨੂੰ ਕਰਨਾ ਚਾਹੀਦਾ ਹੈ, ਚਾਹੇ ਉਹ ਬੇਸਿਕ ਪੱਧਰ ਦਾ ਹੋਵੇ। ਇਸ ਨੂੰ ਇੰਟਰਡਿਸਪਲਿਨਰੀ ਸਟੱਡੀ ਜਾਂ ਅੰਤਰ ਅਨੁਸ਼ਾਸਨੀ ਅਧਿਐਨ ਕਿਹਾ ਜਾਂਦਾ ਹੈ, ਜਿਹੜਾ ਕਿ ਕੰਪੈਰੀਟਿਵ ਪੋਲਿਟਿਕਸ ਦਾ ਬਹੁਤ ਇੰਪੋਰਟੈਂਟ ਆਸਪੈਕਟ ਹੈ। ਅਤੇ ਇਸ ਦੀ ਲਾਸਟ ਵਿਸ਼ੇਸ਼ਤਾ ਅਸੀਂ ਗਿਣ ਸਕਦੇ ਹਾਂ ਕਿ ਇਹ ਸਿਧਾਂਤ ਨਿਰਮਾਣ ਦੀ ਕੋਸ਼ਿਸ਼ ਕਰਦਾ ਹੈ, ਥਿਊਰੀ ਬਿਲਡ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਨਹੀਂ ਹੈ ਕਿ ਕਿਸੇ ਵਰਤਾਰੇ ਨੂੰ ਵੇਖਿਆ ਅਤੇ ਰਿਜ਼ਲਟ ਕੱਢੇ ਅਤੇ ਸੋਸ਼ਲ ਸਾਇੰਟਿਸਟ ਫਰੀ ਹੋ ਗਿਆ। ਇਹ ਕਿਸੇ ਵਰਤਾਰੇ ਦਾ ਗੌਰ ਨਾਲ ਨਿਰੀਖਣ ਕਰਦਾ ਹੈ, ਫਿਰ ਮਨ ਦੇ ਵਿੱਚ ਸਵਾਲ ਜਿਹੜੇ ਪੈਦਾ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਰਿਸਰਚ ਦੀ ਭਾਸ਼ਾ ਦੇ ਵਿੱਚ ਰਿਸਰਚ ਕੁਐਸਚਨਸ ਕਹਿ ਦਿੰਦੇ ਹਾਂ, ਉਹ ਫਾਰਮੂਲੇਟ ਕੀਤੇ ਜਾਂਦੇ ਨੇ। ਜਿਵੇਂ ਇੱਥੇ ਅਸੀਂ ਇੱਕ ਐਗਜ਼ਾਮਪਲ ਲਈ ਹੈ ਕਿ ਭਾਰਤ ਦੀ ਜਿਹੜੀ ਰਾਜਨੀਤੀ ਹੈ ਉਹਦੇ ਵਿੱਚ ਇੰਗਲੈਂਡ ਦੀ ਰਾਜਨੀਤੀ ਤੋਂ ਜ਼ਿਆਦਾ ਸੰਪਰਦਾਇਕਤਾ ਕਿਉਂ ਹੈ। ਇਹ ਸਾਡੇ ਮਨ ਦੇ ਵਿੱਚ ਇੱਕ ਕੁਐਸਚਨ ਪੈਦਾ ਹੋਇਆ ਜਦੋਂ ਅਸੀਂ ਦੋਨਾਂ ਸਿਸਟਮ ਦੀ ਵਰਕਿੰਗ ਨੂੰ ਦੇਖਿਆ। ਫਿਰ ਅਸੀਂ ਇੱਕ ਸਿਧਾਂਤਕ ਢਾਂਚੇ ਦਾ ਨਿਰਮਾਣ ਕਰਦੇ ਹਾਂ, ਇੱਕ ਥਿਓਰੈਟੀਕਲ ਮਾਡਲ ਡਿਵੈਲਪ ਕਰਦੇ ਹਾਂ। ਉਸ ਮਾਡਲ ਦੇ ਵਿੱਚ ਅਸੀਂ
ਇਹ ਅੰਦਾਜ਼ਾ ਲਾਉਂਦੇ ਹਾਂ ਕਿ ਇਸ ਤਰ੍ਹਾਂ ਦੇ ਵਰਤਾਰੇ ਕਿਉਂ ਵਾਪਰਦੇ ਹਨ। ਫਿਰ ਅਸੀਂ ਉਹਨਾਂ ਇਸ ਥਿਓਰੈਟੀਕਲ ਫਰੇਮਵਰਕ ਦੇ ਆਧਾਰ ਤੇ ਇੱਕ ਹਾਈਪੋਥੀਸਿਸ ਜਾਂ ਪ੍ਰਕਲਪਨਾ ਕ੍ਰੀਏਟ ਕਰਦੇ ਹਾਂ। ਜਿਵੇਂ ਇੱਥੇ ਅਸੀਂ ਇੱਕ ਹਾਈਪੋਥੀਸਿਸ ਕ੍ਰੀਏਟ ਕੀਤਾ ਹੈ ਕਿ ਧਾਰਮਿਕ ਅਤੇ ਸੱਭਿਆਚਾਰਕ ਵਿਭਿੰਨਤਾਵਾਂ ਦਾ ਸੰਪਰਦਾਇਕਤਾ ਦੇ ਵਿਕਾਸ ਨਾਲ ਸੰਬੰਧ ਹੈ। ਭਾਵ ਜਿਸ ਸਮਾਜ ਦੇ ਵਿੱਚ ਧਾਰਮਿਕ ਅਤੇ ਸੱਭਿਆਚਾਰਕ ਵਿਭਿੰਨਤਾਵਾਂ ਹੋਣਗੀਆਂ, ਜ਼ਿਆਦਾ ਹੋਣਗੀਆਂ, ਉਸ ਪੋਲੀਟੀਕਲ ਸਿਸਟਮ ਦੇ ਕਮਿਊਨਲ ਹੋਣ ਦੇ ਚਾਂਸਿਸ ਜ਼ਿਆਦਾ ਬਣ ਜਾਂਦੇ ਨੇ। ਅਤੇ ਨਾਲ ਹੀ ਇੱਕ ਨਲ ਹਾਈਪੋਥੀਸਿਸ, ਨਲ ਪਰਿਕਲਪਨਾ ਜਾਂ ਜ਼ੀਰੋ ਪਰਿਕਲਪਨਾ ਦਾ ਅਸੀਂ ਨਿਰਮਾਣ ਕਰਦੇ ਹਾਂ, ਜਿਹੜੀ ਇਸ ਤੋਂ ਉਲਟੀ ਹੁੰਦੀ ਹੈ। ਇਹ ਕਿਸ ਤਰ੍ਹਾਂ ਉਲਟੀ ਹੈ? ਇੱਥੇ ਅਸੀਂ ਲਿਖਿਆ ਕਿ ਧਾਰਮਿਕ ਅਤੇ ਸੱਭਿਆਚਾਰਕ ਵਿਭਿੰਨਤਾਵਾਂ ਦਾ ਸੰਪਰਦਾਇਕਤਾ ਦੇ ਵਿਕਾਸ ਨਾਲ ਕਿਸੇ ਰਾਜ ਦੇ ਵਿੱਚ ਕੋਈ ਸੰਬੰਧ ਨਹੀਂ ਹੈ। ਹਾਈਪੋਥੀਸਿਸ ਕਹਿ ਰਿਹਾ ਕਿ ਸੰਬੰਧ ਹੈ, ਨਲ ਹਾਈਪੋਥੀਸਿਸ ਕਹਿ ਰਿਹਾ ਕਿ ਸੰਬੰਧ ਨਹੀਂ ਹੈ। ਫਿਰ ਅਸੀਂ ਪਰਿਕਲਪਨਾ ਦੀ ਪੁਸ਼ਟੀ ਕਰਦੇ ਹਾਂ, ਤੱਥ ਇਕੱਠੇ ਕਰਦੇ ਹਾਂ ਅਤੇ ਹਾਈਪੋਥੀਸਿਸ ਨੂੰ ਆਪਣੇ ਨੂੰ ਟੈਸਟ ਕਰਦੇ ਹਾਂ ਕਿ ਕੀ ਜਿਹੜੇ ਦੋ ਰਾਜਾਂ ਦੀ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਦੇ ਵਿੱਚ ਜਿਹੜਾ ਧਾਰਮਿਕ ਵਖਰੇਵੇਂ ਨੇ, ਸੱਭਿਆਚਾਰਕ ਵਖਰੇਵੇਂ ਨੇ, ਉਹਨਾਂ ਦਾ ਕੋਈ ਫਰਕ ਹੈ ਜਾਂ ਉਹਨਾਂ ਦਾ ਸੰਪਰਦਾਇਕਤਾ ਦੇ ਡਿਵੈਲਪ ਹੋਣ 'ਤੇ ਕੋਈ ਪ੍ਰਭਾਵ ਪੈਂਦਾ ਹੈ। ਫਿਰ ਅਸੀਂ ਪਰਿਕਲਪਨਾ ਦੀ ਪੁਸ਼ਟੀ ਕਰਦੇ ਹਾਂ ਅਤੇ ਉਸ ਤੋਂ ਬਾਅਦ ਜਦੋਂ ਇਸ ਦੀ ਵਾਰ-ਵਾਰ ਪੁਸ਼ਟੀ ਹੁੰਦੀ ਰਹਿੰਦੀ ਹੈ ਪਰਿਕਲਪਨਾ ਦੀ, ਜਿਹੜੇ ਸਟੱਡੀ ਆ ਉਹ ਰਿਪੀਟ ਹੁੰਦੀ ਰਹਿੰਦੀ ਹੈ, ਫਿਰ ਅਸੀਂ ਸਿਧਾਂਤ ਨਿਰਮਾਣ ਕਰਦੇ ਹਾਂ। ਫਰਜ਼ ਕੀਤਾ ਜੇ ਹਰ ਵਾਰੀ ਇਹੀ ਸਾਡਾ ਰਿਜ਼ਲਟ ਸਾਹਮਣੇ ਆਉਂਦਾ ਹੈ ਕਿ ਧਾਰਮਿਕ ਅਤੇ ਸੱਭਿਆਚਾਰਕ ਵਿਭਿੰਨਤਾਵਾਂ ਦਾ ਸੰਪਰਦਾਇਕਤਾ ਦੇ ਵਿਕਾਸ ਨਾਲ ਸੰਬੰਧ ਹੈ, ਤਾਂ ਅਸੀਂ ਇੱਕ ਥਿਊਰੀ ਬਿਲਡ ਕਰ ਲੈਂਦੇ ਹਾਂ, ਇੱਕ ਸਿਧਾਂਤ ਦਾ ਨਿਰਮਾਣ ਕਰ ਲੈਂਦੇ ਹਾਂ ਕਿ ਹਾਂ ਕਿਸੇ ਵੀ ਰਾਜ ਦੇ ਵਿੱਚ ਜੇਕਰ ਧਾਰਮਿਕ ਅਤੇ ਸੱਭਿਆਚਾਰਕ ਵਖਰੇਵੇਂ ਜ਼ਿਆਦਾ ਹੋਣਗੇ ਤਾਂ ਉੱਥੇ ਸੰਪਰਦਾਇਕਤਾ ਦੇ ਵਿਕਸਿਤ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਨੇ। ਅਤੇ ਇਸ ਤਰ੍ਹਾਂ ਦੇ ਸਿਸਟਮ ਨੂੰ, ਇਹਨਾਂ ਵਖਰੇਵਿਆਂ ਪ੍ਰਤੀ ਸੰਜੀਦਾ ਰਹਿਣਾ ਚਾਹੀਦਾ ਹੈ। ਕਿਸੇ ਵੀ ਕਮਿਊਨਿਟੀ ਨੂੰ ਬੇਗਾਨਗੀ ਦਾ ਅਹਿਸਾਸ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਉੱਥੇ ਸੰਪਰਦਾਇਕਤਾ ਦੇ ਡਿਵੈਲਪ ਹੋਣ ਦੇ ਚਾਂਸ ਬੜੀ ਜਲਦੀ ਪੈਦਾ ਹੁੰਦੇ ਨੇ। ਇਸ ਤਰ੍ਹਾਂ ਕਿਸੇ ਕੰਪੈਰੀਟਿਵ ਪੋਲੀਟਿਕਸ ਦੇ ਵਿੱਚ ਅਸੀਂ ਕਿਸੇ ਵਰਤਾਰੇ ਦਾ ਸਿਰਫ ਅਧਿਐਨ ਨਹੀਂ ਕਰਦੇ, ਅਸੀਂ ਉਸ ਦੇ ਆਧਾਰ 'ਤੇ ਪਰਿਕਲਪਨਾ ਦਾ ਨਿਰਮਾਣ ਕਰਦੇ ਹਾਂ ਅਤੇ ਫਿਰ ਪਰਿਕਲਪਨਾ ਦੀ ਵਾਰ-ਵਾਰ ਜਦੋਂ ਪੁਸ਼ਟੀ ਹੁੰਦੀ ਰਹਿੰਦੀ ਹੈ, ਟੈਸਟਿੰਗ ਹੁੰਦੀ ਰਹਿੰਦੀ ਹੈ, ਉਸ ਦੇ ਆਧਾਰ 'ਤੇ ਸਿਧਾਂਤ ਦਾ ਨਿਰਮਾਣ ਕਰਦੇ ਹਾਂ। ਇਹ ਸੀ ਸਾਡਾ ਅੱਜ ਦਾ ਵਿਸ਼ਾ ਕੰਪੈਰੀਟਿਵ ਪੋਲੀਟਿਕਸ। ਕੰਪੈਰੀਟਿਵ ਪੋਲੀਟਿਕਸ ਦਾ ਕੀ ਅਰਥ ਹੈ, ਇਸ ਦਾ ਅਰਥ ਸਮਝਣ ਲਈ ਸਾਨੂੰ ਥੋੜ੍ਹਾ ਜਿਹਾ ਕੰਪੈਰੀਜ਼ਨ ਕਰਨਾ ਪੈਂਦਾ ਹੈ ਕੰਪੈਰੀਟਿਵ ਗਵਰਨਮੈਂਟ ਦੇ ਨਾਲ, ਅਤੇ ਉਸ ਤੋਂ ਬਾਅਦ ਕੰਪੈਰੀਟਿਵ ਪੋਲੀਟਿਕਸ ਦੀਆਂ ਕਿਹੜੀਆਂ ਮੁੱਖ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਦੇ ਆਧਾਰ 'ਤੇ ਅਸੀਂ ਇਸ ਵਿਸ਼ੇ ਦਾ ਅਧਿਐਨ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਅਤੇ ਗੁੱਡ ਲੱਕ।